ਵਾਹਿਗੁਰੂ ਜੀ। ਹੇ ਗੋਬਿੰਦ ਹੇ ਗੋਪਾਲ ਹੇ ਦਇਆਲ ਲਾਲ। हे गोविंद हे गोपाल हे दयाल लाल। हे दयाल लाल हे दयाल लाल हे प्राणनाथ अनाथ सखे दीन दर्द निवारे। हे समरथ अगम पूरन मोए मया अंग कूप महाभयान नानक मारे उतारे। नानक मारे उतारे नानक मारे। हे गोविंद लाल लाल बड़ा ही प्यारा। हे दयाल लाल बोलो जी लाल दर ते प्यारा। कोट परा हमारे खंड हो आनक विधि समझावो। हम अज्ञान अलप मत हो तुम्हें अपन बिरब रखावो।
हे गोविंद हे गोपाल हे कलगियां वाला हे गोविंद हे गोपाल हे दयाल लाल हे दयाल लाल ਮੰਗੇ ਦਾਨ ਮੰਗੇ ਦਾਨ ਮੰਗੇ ਦਾਨ ਮੰਗੇ ਦਾਨ ਮੰਗੇ ਦਾਨ ਮੰਗੇ ਜਾਂਚ ਤੂੰ ਮੰਗੇ ਦਾਨ ਦੇ ਪਿਆਰਿਆ ਜਾਂਚ ਤੂੰ ਮੰਗੇ ਦਾਨ ਦੇ ਪਿਆਰਿਆ ਜਾਂਚ ਤੂੰ ਮੰਗੇ ਦਾਨ ਦੇ ਪਿਆਰਿਆ ਹਾਂਜੀ ਮੰਗੇ ਦਾਨ ਮੰਗੇ ਦਾਨ ਮੰਗੇ ਦਾਨ ਦੇਵਨਹਾਰ ਦਤਾਰ ਮੈਂ ਨਿਤ ਚਿਤਾਰਿਆ ਮੈਂ ਨਿਤ ਚਿਤਾਰਿਆ ਨਿਖੁੱਟ ਨਾ ਜਾਈ ਮੂਲ ਨਿਖੁੱਟ ਨਾ ਜਾਈ ਮੂਲ ਅਤੁਲ ਭੰਡਾਰਿਆ ਅਤੁਲ ਭੰਡਾਰਿਆ ਨਾਨਕ ਸ਼ਬਦ ਅਪਾਰ ਨਾਨਕ ਸ਼ਬਦ ਅਪਾਰ ਤੈਨੂੰ ਸਭ ਕੁਝ ਸਾਰਿਆ ਸਭ ਕੁਝ ਸਾਰਿਆ ਮੰਗੇ ਦਾਨ ਮੰਗੇ ਦਾਨ ਮੰਗੇ ਦਾਨ ਮੰਗੇ ਦਾਨ ਅੰਦਰੋਂ ਮੰਗੇ ਦਾਨ ਮੰਗੇ ਜਾਂਚ ਤੂੰ ਮੰਗੇ ਦਾਨ ਦੇ ਪਿਆਰਿਆ ਜਾਂਚ ਤੂੰ ਮੰਗੇ ਦਾਨ ਦੇ ਪਿਆਰਿਆ ਵਾਹਿਗੁਰੂ
ਮੰਗੇ ਦਾਨ ਮੰਗੇ ਦਾਨ ਮੰਗੇ ਦਾਨ ਮੰਗੇ ਦਾਨ ਹਾਂਜੀ ਮੰਗੇ ਦਾਨ ਸਾਰੀ ਸੰਗਤ ਜੁਗੋ ਜੁਗ ਅਟਲ ਧੰਨ ਗੁਰੂ ਗ੍ਰੰਥ ਸਾਹਿਬ ਦੇ ਪਿਆਰ ਵਿੱਚ ਗੱਜ ਕੇ ਆਖੋ ਸਤਿਨਾਮ। ਇੱਕ ਨਵਾਂ ਪ੍ਰਕਰਣ ਮੇਰੇ ਮਹਾਰਾਜ ਜੀ ਨੇ ਸੰਗਤ ਨੇ ਸ਼ੁਰੂ ਕਰਾਇਆ ਹੈ। ਅਰਦਾਸ ਵਿੱਚ ਜਿਹੜੇ 9 ਦਾਨ ਨੇ, ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹੋ ਦਾਨ, ਭਰੋਸਾ ਦਾਨ, ਦਾਨਾ ਸਿਰ ਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਦਰਸ਼ਨ। ਪਹਿਲੇ ਦਾਨ ਦੀ ਵਿਚਾਰ ਪਿਛਲੇ ਸਿੱਖੀ ਦਾਨ ਤੇ ਦਾਸ ਨੇ ਬੇਨਤੀ ਕੀਤੀ ਸੀ ਵੀ ਇਹਦੇ ਤੇ ਦੋਵੇਂ ਵੀਰਵਾਰ ਸ਼ਾਇਦ ਮਹਾਰਾਜ ਸੇਵਾ ਲੈਣ। ਤੁਹਾਡੇ ਸਾਰਿਆਂ ਲਈ ਰੋਜ਼ ਅਰਦਾਸ 'ਚ ਮੰਨਿਆ ਜਾਂਦਾ ਹੈ, ਮੰਗਿਆ ਜਾਂਦਾ ਹੈ। ਆਪਣੇ ਸਿੱਖਾਂ ਨੂੰ ਮਹਾਰਾਜ ਜੀ ਸਿੱਖੀ ਦਾਨ ਬਖਸ਼ੋ, ਆਖੋ ਸਤਿਨਾਮ। ਸਿੱਖੀ ਦਾਨ, ਸਿੱਖੀ ਦਾਨ ਕੀ ਹੈ? ਇਹ ਬਾਬੇ ਨਾਨਕ ਨੇ ਜਿਹੜਾ ਧਰਮ ਚਲਾਇਆ ਹੈ, ਇਹਦਾ ਨਾਂ ਰੱਖਿਆ ਸਿੱਖ। ਹਉਮੈ ਹੈ ਹੀ ਨਹੀਂ, ਸਿਰੇ ਤੇ ਪਹੁੰਚ ਜਾਵੇ ਕਿਸੇ ਪੱਖ ਤੋਂ, ਇਹਦਾ ਨਾਂ ਹੀ ਸਿੱਖ ਹੈ। ਮੈਂ ਜੇ ਸਿੱਖਣਾ ਚਾਹੁੰਦਾ, ਸਿੱਖਣ ਦੀ ਖਾਸ਼ ਰੱਖਦਾ। ਔਰ ਸੰਗਤ ਇੱਕ ਧਿਆਨ ਰੱਖਿਓ, ਬੰਦੇ ਵਿੱਚ ਤੇ ਰੱਬ ਵਿੱਚ ਸਭ ਤੋਂ ਵੱਡੀ ਦੀਵਾਰ ਹੈ ਹਉਮੈ ਦੀ। ਸਭ ਤੋਂ ਵੱਡੀ ਭਿਆਨਕ ਦੀਵਾਰ ਹੈ ਹਉਮੈ। ਆਪਣੇ ਵੱਲੋਂ ਮਹਾਰਾਜ ਨੇ ਤੁਹਾਡਾ ਨਾਂ ਹੀ ਉਹ ਰੱਖਿਆ ਹੈ ਕਿ ਇਸ ਭਿਆਨਕ ਦੀਵਾਰ ਤੋਂ ਤੁਸੀਂ ਮੈਂ ਬਚ ਜਾਈਏ, ਹਉਮੈ ਆਵੇ ਹੀ ਨਾ। ਮੈਂ ਸਿੱਖ ਹਾਂ, ਸਿੱਖ ਤੋਂ ਭਾਵ ਅਣਜਾਣ, ਮੈਂ ਸਿੱਖਣਾ ਚਾਹੁੰਦਾ, ਆਖੋ ਸਤਿਨਾਮ। ਆਵੇ ਹੀ ਨਾ। ਤੁਹਾਡਾ ਨਾਂ ਹੀ ਇਹੋ ਜਿਹਾ ਰੱਖਿਆ ਕਿ ਦੀਵਾਰ ਟੁੱਟ ਜਾਏ। ਟੁੱਟੇਗੀ ਉਹਦੀ ਹੀ। ਇੱਕ ਹੈ ਸਿੱਖੀ ਨੂੰ ਧਾਰਨ ਕਰਨਾ, ਇੱਕ ਹੈ ਸਿੱਖੀ ਨੂੰ ਸਮਝਣਾ। ਇਹ ਦੀਵਾਰ ਹਉਮੈ ਦੀ ਉਹਦੀ ਟੁੱਟੇਗੀ ਜਿਹੜਾ ਸਮਝੇਗਾ ਸਿੱਖੀ। ਇਹ ਬੜੀ ਭੈੜੀ ਦੀਵਾਰ ਹੈ ਰੱਬ ਵਿੱਚ ਤੇ ਸਾਡੇ ਵਿੱਚ। ਔਰ ਮੈਂ ਵੀ ਨੋਟ ਕੀਤਾ ਹੈ, ਹਉਮੈ ਦਾ ਪਤਾ ਵੀ ਨਹੀਂ ਲੱਗਦਾ, ਪਤਾ ਨਹੀਂ ਇੱਕਦਮ ਹੀ ਪ੍ਰਵੇਸ਼ ਕਰ ਜਾਂਦੀ ਹੈ, ਵੇਖਦਿਆਂ ਵੇਖਦਿਆਂ ਆ ਜਾਂਦੀ। ਆਖੋ ਸਤਿਨਾਮ। ਪਤਾ ਨਹੀਂ ਲੱਗਦਾ ਕਈ ਵਾਰੀ ਰੱਬ ਜਾਣੇ
ਕੰਨਾਂ ਰਾਹੀਂ ਅੰਦਰ ਵੜ ਜਾਂਦੀ ਹੈ, ਕਿ ਲੱਕ ਰਾਹੀਂ ਵੜ ਜਾਂਦੀ, ਕਿ ਅੱਖਾਂ ਰਾਹੀਂ ਵੜ ਜਾਂਦੀ, ਕਿ ਸੁਰਤੀ ਰਾਹੀਂ ਵੜ ਜਾਂਦੀ, ਕਿ ਸੋਚ ਰਾਹੀਂ ਵੜ ਜਾਂਦੀ। ਬੜੀ ਪ੍ਰਬਲ। ਮਾੜਾ ਜਿਹਾ ਰਸ਼ ਹੀ ਹੈ ਨਾ ਬਾਜ਼ਾਰ 'ਚ, ਰਸ਼ ਹੈ। ਇੱਧਰ ਵੀ ਗੱਡੀਆਂ ਨੇ, ਇੱਧਰ ਵੀ ਗੱਡੀਆਂ ਨੇ। ਹੁਣ ਤੁਹਾਡੀ ਗੱਡੀ ਵਿੱਚ 4-5 ਸਰੀਰ, 3-4 ਸਰੀਰ ਰਿਸ਼ਤੇਦਾਰਾਂ 'ਚੋਂ ਬੈਠੇ ਆ। ਹੁਣ ਉਹ ਰਸ਼ ਵਿੱਚ ਵੀ ਤੁਸੀਂ ਵੀ ਇਹੋ ਜਿਹੇ ਢੰਗ ਨਾਲ ਗੱਡੀ ਕੱਢੀ ਕਿ ਸਾਰੇ ਰਸ਼ ਵਿੱਚੋਂ ਗੱਡੀ ਕੱਢ ਕੇ ਲੈ ਗਏ। ਗੱਡੀ ਕੱਢਣ ਤੋਂ ਬਾਅਦ ਨਾ ਪਤਾ ਹੀ ਨਹੀਂ ਲੱਗਦਾ, ਵੜ ਜਾਂਦੀ ਅੰਦਰ। ਹੁਣ ਰਿਸ਼ਤੇਦਾਰ ਕੀ ਕਹਿਣਗੇ, ਧੀ ਭੀੜੇ ਇਲਾਕੇ 'ਚੋਂ ਵੀ ਕੱਢ ਕੇ ਲੈ ਗਏ, ਆਪੋ ਸਤਨਾਮ, ਅੰਦਰ ਘੁਲਣੀ ਸ਼ੁਰੂ ਹੋ ਜਾਂਦੀ। ਜਿਹੜਾ ਤੁਹਾਡੇ 'ਚੋਂ ਸੰਗਤ ਕਰਦਾ ਉਹਨੂੰ ਤੇ ਉਸ ਵੇਲੇ ਚਾਨਣਾ ਹੋ ਜਾਂਦਾ, ਆ ਗਈ ਹੈ, ਆਪੋ ਸਤਨਾਮ। ਇਹ ਕਦੀ ਨੋਟ ਕਰਿਓ। ਜਿਹੜਾ ਸੰਗਤ ਕਰਦਾ ਉਹਨੂੰ ਚਾਨਣਾ ਹੋ ਜਾਂਦਾ ਵੀ ਵੜ ਗਈ ਹੈ, ਆ ਗਈ ਹੈ। ਉਹ ਉਸੇ ਵੇਲੇ ਕੰਟਰੋਲ ਕਰ ਦਿੰਦਾ, ਤੂੰ ਹੀ ਤੂੰ ਹੀ ਤੂੰ ਹੀ ਤੂੰ ਹੀ। ਤੇ ਮੈਂ ਗੁਰੂ ਦੀ ਹਜ਼ੂਰੀ 'ਚ ਕਹਿਣਾ, ਜਿਹੜਾ ਸੰਗਤ ਨਹੀਂ ਕਰਦਾ ਫਿਰ ਆਪਣਾ ਅਸਰ ਕਰ ਜਾਂਦੀ ਏ। ਇਹੋ ਜਿਹਾ ਅਸਰ ਕੱਢਦੀ ਏ ਕਿ ਲੈ ਡੋਬਦੀ। ਆਖੋ ਸਤਨਾਮ। ਲੈ ਡੋਬਦੀ। ਇਹ ਮੈਂ ਕਿਵੇਂ ਤੁਹਾਡੇ ਅੱਗੇ ਪੇਸ਼ ਕਰਾਂ ਵੀ ਕਿਵੇਂ ਵੜਦੀ, ਇਸ਼ਾਰਾ ਦੇ ਰਿਹਾ। ਚੰਗਾ ਕੀਰਤਨ ਹੋ ਜੇ ਤਾਂ ਵੀ ਨਹੀਂ ਪਤਾ ਲੱਗਦਾ, ਉੱਠਦੇ ਆ ਜਾਂਦੇ। ਆਖੋ ਸਤਨਾਮ। ਤੁਹਾਡੇ 'ਚੋਂ ਕੋਈ ਆਨੰਦ ਸਾਹਿਬ ਵੇਲੇ ਉੱਠ ਪਿਆ ਤੇ ਕੋਈ ਹੈਗਾ ਵੀ ਨਹੀਂ ਉੱਠਿਆ ਆਨੰਦ ਸਾਹਿਬ ਵੇਲੇ, ਉਹ ਪੂਰੀ ਸਮਾਪਤੀ ਤੇ ਗਿਆ ਤੇ ਕਈ ਵਾਰੀ ਜਾਂਦਿਆਂ ਫਿਰ ਵੜ ਜਾਂਦੀ ਹੈ। ਲੈ ਤੂੰ ਤੇ ਬਹੁਤ ਚੰਗਾ। ਆਖੋ ਸਤਨਾਮ। ਇਹ ਪ੍ਰਬਲ ਬੜੀ ਹੈ। ਤੁਹਾਡਾ ਨਾਂ ਮੇਰੇ ਪਿਤਾ ਜੀ ਨੇ ਉਹ ਰੱਖਿਆ ਹੈ ਬਈ ਹਰ ਵੇਲੇ ਮਨ 'ਚ ਰੱਖ ਕੇ ਵਾਹਿਗੁਰੂ ਮੈਨੂੰ ਸਿੱਖੀ ਦਾਨ ਦੇ ਦਿਓ। ਆਖੋ ਸਤਨਾਮ। ਮੈਂ ਸਿੱਖ ਹਾਂ, ਸਿੱਖਣਾ ਚਾਹੁੰਦਾ, ਸਿੱਖਣ ਦੀ ਖਾਸ਼। ਐਸੇ ਪ੍ਰਕਰਣ ਨੂੰ ਤੁਸੀਂ ਪਿਛਲੀ ਵਾਰੀ ਵੀ ਸੁਣਿਆ। ਗੁਰੂ ਅਮਰਦਾਸ ਜੀ ਨੇ ਕਿਹੋ ਜਿਹਾ ਸਿੱਖ ਦਾ ਨਕਸ਼ਾ ਦੱਸਿਆ, ਗੁਰੂ ਰਾਮਦਾਸ ਜੀ ਨੇ ਕਿਹੋ ਜਿਹਾ ਦੱਸਿਆ, ਛੇਵੇਂ ਪਾਤਸ਼ਾਹ ਨੇ ਕਿਹੋ ਜਿਹਾ ਦੱਸਿਆ, ਗੁਰੂ ਹਰਿਰਾਏ ਸਾਹਿਬ ਜੀ ਨੇ ਸਿੱਖ ਦਾ ਨਕਸ਼ਾ ਕਿਹੋ ਜਿਹਾ ਦੱਸਿਆ। ਤੇ ਸਿੱਖੀ ਦਾ ਨਕਸ਼ਾ ਕੁਝ ਮਹਾਂਪੁਰਸ਼ਾਂ ਦੇ ਜੀਵਨ 'ਚੋਂ ਵੀ ਮਿਲੇਗਾ। ਆਖੋ ਸਤਨਾਮ। ਮਿਲੇਗਾ। ਤੁਸੀਂ ਇੱਕ ਨਾਂ ਸੁਣਿਆ ਹੋਵੇਗਾ, ਕਾਰ ਸੇਵਾ ਦੀ ਸੰਪਰਦਾ ਹੈ। ਬਾਬਾ ਸਾਧੂ ਸਿੰਘ ਜੀ, ਬਾਬਾ ਗੁਰਮੁਖ ਸਿੰਘ ਜੀ। ਆਖੋ ਸਤਨਾਮ। ਇਹ ਕਾਰ ਸੇਵਾ ਦੀ ਸੰਪਰਦਾ ਹੈ। ਸ਼ਾਇਦ ਉਦੋਂ ਤੁਹਾਡਾ ਜਨਮ ਹੋਇਆ ਹੋਏਗਾ, ਛੋਟੇ ਹੋ ਗਏ ਜਾਂ ਜਨਮ ਨਹੀਂ ਹੋਇਆ। ਔਰ ਇਹ ਬਾਬਾ ਗੁਰਮੁਖ ਸਿੰਘ ਜੀ, ਇਹਨਾਂ ਦਾ ਮੇਲ ਵੀ ਹੋਇਆ ਸੀ ਬਾਬਾ ਆਨੰਦ ਸਿੰਘ ਜੀ ਨਾਲ। ਤੇ ਬਾਬਾ ਗੁਰਮੁਖ ਸਿੰਘ ਜੀ ਨੇ ਕਿਹਾ ਸੀ ਕਾਰ ਸੇਵਾ 'ਚ ਮੁਸ਼ਕਲਾਂ ਬੜੀਆਂ ਆਉਂਦੀਆਂ, ਆਪਸ ਵਿੱਚ ਜਿਵੇਂ ਵਿਚਾਰ ਹੁੰਦੀ ਮਹਾਂਪੁਰਸ਼ਾਂ ਦੀ। ਤੇ ਬਾਬਾ ਆਨੰਦ ਸਿੰਘ ਜੀ ਨੇ ਉਸ ਵਿਚਾਰ ਵਿੱਚ ਰਸਨਾ ਤੋਂ ਬਚਨ ਮਹਾਂਪੁਰਸ਼ਾਂ ਨਾਲ ਸਾਂਝਾ ਕੀਤਾ ਸੀ। ਜਿੱਥੇ ਆਪਣੇ ਸੇਵਾਦਾਰਾਂ ਨੂੰ ਸੇਵਾ ਕਰਾਉਂਦੇ ਹੋ, ਸਵੇਰੇ 1 ਘੰਟਾ ਨਾਮ ਵੀ ਜਪਾਇਆ ਕਰੋ। ਆਖੋ ਸਤਨਾਮ। ਇਹ ਜਿਹੜੀ ਟਿਊਨ ਚੱਲੀ ਹੈ ਨਾ ਕਾਰ ਸੇਵਾ ਵਾਲੇ ਮਹਾਂਪੁਰਸ਼, ਉੱਥੋਂ ਚੱਲੀ ਹੈ। ਫਿਰ ਇੱਕ ਮਿੰਟ ਬੋਲੋ ਟਿਊਨ ਜਿਹੜੀ ਹੈ। ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ। ਛੋਟਾ ਕਰਾਂ ਇਹ ਤੁਸੀਂ ਕਦੀ ਵੇਖੋ ਕਈ ਕਾਰਸ ਵਾਲੇ ਮਹਾਂਪੁਰਸ਼ ਮਾਈਕ ਤੇ 2 ਮਿੰਟ ਵੀ ਖਲਾਉਣਗੇ ਤੇ ਇਹ ਟਿਊਨ ਨਾਲ, ਇਹ ਉਦੋਂ ਫਿਰ ਸ਼ੁਰੂ ਹੋਈ ਹੈ ਵੀ ਮਹਾਂਪੁਰਸ਼ਾਂ ਨੇ ਫਿਰ ਸ਼ੁਰੂ। ਇੱਕ ਸਾਲ ਇੱਕ ਸੰਪਰਦਾ ਹੈ ਕਾਰ ਸੇਵਾ ਬਾਬਾ ਸਾਧੂ ਸਿੰਘ ਜੀ, ਬਾਬਾ ਗੁਰਮੁਖ ਸਿੰਘ ਜੀ, ਤੇ ਇਹਨਾਂ ਨੇ ਬਹੁਤੇ ਗੁਰਦੁਆਰਿਆਂ ਦੀ ਸੇਵਾ ਕਰਾਈ ਹੈ ਕੀਰਤਪੁਰ ਸਾਹਿਬ। ਹੁਣ ਮੈਂ ਥੋੜਾ ਉੱਚਾ ਚੱਲਿਆ, ਇੱਕ ਤਾਂ ਹੈਗਾ ਨਾ ਹੁਣ ਮੈਨੂੰ ਕੰਟਰੋਲ ਕਰ ਲੈ, ਉਹ ਸਿੱਖ ਹੈ, ਮੈਂ ਸਿੱਖਣਾ ਚਾਹੁੰਦਾ। ਆ ਇੱਕ ਪੌੜੀ ਹੋਰ ਦਰਸ਼ਨ ਕਰਿਓ। ਬਾਬਾ ਸਾਧੂ ਸਿੰਘ ਜੀ ਬੈਠੇ ਹੋਏ ਕੀਰਤਪੁਰ, ਤੇ ਬਾਬਾ ਗੁਰਮੁਖ ਸਿੰਘ ਜੀ ਨੇ ਉਹਨਾਂ ਨੂੰ ਪੁੱਛਿਆ, ਆਏ ਤੇ ਦਰਸ਼ਨ ਕੀਤੇ, ਤੇ ਬਾਬਾ ਸਾਧੂ ਸਿੰਘ ਜੀ ਪਿਆਰ 'ਚ ਪੁੱਛਦੇ ਬਾਬਾ ਗੁਰਮੁਖ ਸਿੰਘ ਜੀ ਨੂੰ, ਕੀ ਸੇਵਾ ਕਰੀਏ ਤੁਹਾਡੀ, ਵੀ ਕੀ ਛਕਾਈਏ, ਕੀ ਸੇਵਾ ਕਰੀਏ। ਅੱਗੋਂ ਬਾਬਾ ਗੁਰਮੁਖ ਸਿੰਘ ਜੀ ਕਹਿੰਦੇ, ਅੱਜ ਫਿਰ ਇੱਕ ਰੀਝ ਪੂਰੀ ਕਰ ਦਿਓ, ਇੱਕ ਰੀਝ ਪੂਰੀ ਕਰ ਦਿਓ। ਤੇ ਬਾਬਾ ਸਾਧੂ ਸਿੰਘ ਜੀ ਕਹਿੰਦੇ, ਉਹ ਕਿਹੜੀ? ਕਹਿੰਦੇ, ਧਰਤੀ ਤੇ ਕੋਈ ਇਹੋ ਜਿਹਾ ਹੈਗਾ, ਧਰਤੀ ਤੇ ਕੋਈ ਇਹੋ ਜਿਹਾ ਸਿੱਖ ਹੈਗਾ, ਗਲਤੀ ਨਾ ਕੀਤੀ ਹੋਵੇ ਤਾਂ ਵੀ ਕਦੇ ਮੈਂ ਭੁੱਲ ਗਿਆ ਜੀ। ਆਖੋ ਸਤਿਨਾਮ, ਬਹੁਤ ਧਿਆਨ ਦੇ। ਕੋਈ ਇਹੋ ਜਿਹਾ ਹੈਗਾ ਵੀ ਜਿਹੜਾ ਗਲਤੀ ਨਾ ਕੀਤੀ ਹੋਵੇ ਤਾਂ ਵੀ ਕਦੇ ਮੈਂ ਭੁੱਲ ਗਿਆ ਜੀ। ਤੇ ਬਾਬਾ ਗੁਰਮੁਖ ਸਿੰਘ ਜੀ ਕਹਿੰਦੇ, ਜੇ ਅੱਜ ਤੁਸੀਂ ਅਸੀਸ ਦੇਣੀ ਹੈ ਤੇ ਕਿਸੇ ਇਹੋ ਜਿਹੀ ਰੂਹ ਦੇ ਦਰਸ਼ਨ ਕਰਾ ਦੇ। ਆਖੋ ਸਤਿਨਾਮ। ਬਾਬਾ ਸਾਧੂ ਸਿੰਘ ਜੀ ਕਹਿੰਦੇ, 2 ਦਿਨ ਦੇਣੇ ਪੈਣਗੇ, ਦਰਸ਼ਨ ਕਰਾ ਦੇਣੇ। ਆਖੋ ਸਤਿਨਾਮ। ਬਾਬਾ ਸਾਧੂ ਸਿੰਘ ਜੀ ਦੇ ਸੇਵਾਦਾਰ ਬਾਬਾ ਝੰਡਾ ਸਿੰਘ ਜੀ, ਉਹਨਾਂ ਦੀ ਡਿਊਟੀ ਅੰਮ੍ਰਿਤਸਰ ਕਾਰ ਸੇਵਾ ਵਿੱਚ। ਬਾਬਾ ਸਾਧੂ ਸਿੰਘ ਜੀ ਨੇ ਰੁੱਕਾ ਲਿਖਿਆ, ਰੁੱਕਾ ਲਿਖਿਆ ਕਿ ਸੇਵਾਦਾਰ ਦੇ ਹੱਥ ਵੀ ਐਤਵਾਰ ਲੈਂਟਰ ਪੈਣਾ ਹੈ, ਐਤਵਾਰ ਬਹੁਤ ਜ਼ਿਆਦਾ ਸੇਵਾ ਕੀਰਤਪੁਰ, ਤੇ 4-5 ਟਰੱਕ ਸੰਗਤਾਂ ਦੇ ਲੈ ਕੇ ਪਹੁੰਚੋ। ਆਪਣੇ ਸੇਵਾਦਾਰ ਬਾਬਾ ਝੰਡਾ ਸਿੰਘ ਜੀ ਨੂੰ ਰੁੱਕਾ ਲੈ, ਇੱਥੇ ਉਹਨਾਂ ਦੇ ਸੇਵਕ ਸਨ ਟਰਾਂਸਪੋਰਟਾਂ ਵਾਲੇ। ਬਾਬਾ ਝੰਡਾ ਸਿੰਘ ਜੀ ਨੇ ਰੁੱਕਾ ਪੜਿਆ ਤੇ ਟਰਾਂਸਪੋਰਟਾਂ ਵਾਲਿਆਂ ਨੂੰ ਸੰਪਰਕ ਕੀਤਾ ਵੀ ਸੰਗਤ ਜਾਣੀ ਐਤਵਾਰ, ਟਰੱਕ ਚਾਹੀਦੇ ਆ। ਉਹਨਾਂ ਕਿਹਾ ਜਿੰਨੇ ਮਰਜ਼ੀ ਜੀ। ਸੇਵਕ ਸਨ, ਪਿਆਰ ਸਨ ਸੰਪਰਦਾ ਨਾਲ। ਕਹਿੰਦੇ ਇਧਰ ਸਾਰੇ ਬੰਨੇ ਸੁਨੇਹੇ ਭੇਜੇ ਵੀ ਕੀਰਤਪੁਰ ਜਾਣਾ, ਬਾਬਾ ਗੁਰਮੁਖ ਸਿੰਘ ਆਪਣਾ ਬਾਬਾ ਸਾਧੂ ਸਿੰਘ ਜੀ ਦਾ ਰੁੱਕਾ ਆਇਆ। ਤੇ ਸਾਖੀ 'ਚ ਲਿਖਿਆ ਕਿ 4-5 ਟਰੱਕ ਜਾਣੇ ਸੀ ਤੇ ਟਰੱਕ ਹੋ ਗਏ 9-10। ਆਖੋ ਸਤਿਨਾਮ। ਸੰਗਤ ਵੱਧ ਗਈ। ਬਾਬਾ ਝੰਡਾ ਸਿੰਘ ਜੀ ਰਾਜ ਖੁਸ਼ ਹੋਣ, ਬਾਬਾ ਸਾਧੂ ਸਿੰਘ ਜੀ ਖੁਸ਼ ਹੋਣਗੇ ਵੀ ਅਸੀਂ 4-5 ਟਰੱਕ ਕਹੇ, ਇਹ 9-10 ਲੈ ਕੇ ਆਇਆ, ਪ੍ਰਸੰਨ ਹੋਣਗੇ ਮਹਾਂਪੁਰਸ਼। ਪਹੁੰਚ ਗਏ ਕੀਰਤਪੁਰ। ਹੁਣ ਅੰਦਰ ਬਾਬਾ ਗੁਰਮੁਖ ਸਿੰਘ ਜੀ ਵੀ ਬੈਠੇ, ਬਾਬਾ ਸਾਧੂ ਸਿੰਘ ਜੀ ਵੀ ਕਮਰੇ, ਤੇ ਬਾਬਾ ਝੰਡਾ ਸਿੰਘ ਜੀ ਦਾਖਲ ਹੋਏ। ਤੇ ਦਾਖਲ ਹੁੰਦਿਆਂ ਹੀ ਨਾ ਬਾਬਾ ਸਾਧੂ ਸਿੰਘ ਜੀ ਨੂੰ ਕਹਿੰਦੇ ਜੀ ਆਪ ਜੀ ਦੀ ਕਿਰਪਾ ਦੇ ਨਾਲ, ਗੁਰੂ ਸਾਹਿਬ ਦੀ ਮਿਹਰ ਦੇ ਨਾਲ ਬੜੀ ਕਿਰਪਾ ਹੋ ਗਈ ਹੈ। 9-10 ਟਰੱਕ ਸੰਗਤਾਂ ਦੇ ਅੰਮ੍ਰਿਤਸਰ ਤੋਂ ਆਏ ਨੇ ਸੇਵਾ ਲਈ। ਅੱਗੋਂ ਬਾਬਾ ਸਾਧੂ ਸਿੰਘ ਜੀ ਦੇ ਕੋਲ ਸੋਟੀ ਪਈ, ਉਹ ਫੜ ਲਈ। ਕਹਿੰਦੇ ਇੱਥੇ ਸੰਗਤ ਥੋੜੀ ਹੈ। ਆਖੋ ਸਤਿਨਾਮ। ਕਿੰਨੇ ਕਹਿੰਦੇ ਤੈਨੂੰ ਸੰਗਤ ਲੈ ਆਣੇ?
ਕਿੰਨੇ ਕਹਿ ਟਰੱਕ ਲਿਆਉਣ ਲਈ? ਇੱਥੇ ਸੰਗਤ ਥੋੜੀ ਹੈ, ਇੱਥੇ ਸਾਰੀ ਸੰਗਤ ਹਾਜ਼ਰੀ ਨਹੀਂ ਲਾ ਸਕਦੀ ਕਰ ਸੇਵਾ। ਹੁਣ ਬਾਬਾ ਗੁਰਮੁਖ ਸਿੰਘ ਵੇਖ ਰਹੇ ਆ, ਬਾਬਾ ਸਾਧੂ ਸਿੰਘ ਜੀ ਉਹਨਾਂ ਨੂੰ ਤਾੜਨਾ ਕਰ ਰਹੇ ਆ। ਹੁਣ ਬਾਬਾ ਝੰਡਾ ਸਿੰਘ ਜੀ ਦੇ ਮਨ ਵਿੱਚ ਫੁਰਨਾ ਬਣਿਆ ਹੋਏਗਾ, ਆਪੇ ਤਾਂ ਸੁਣਿਆ ਭੇਜਿਆ ਆਖੋ ਸਤਿਨਾਮ, ਆਪੇ ਤਾਂ ਕਿਹ ਸੰਗਤ ਲੈ ਕੇ ਆ, ਆਪੇ ਤਾਂ ਰੁੱਕਾ ਲਿਖ ਕੇ ਭੇਜਿਆ। ਪਰ ਮੁੱਖ ਚ ਕੀ ਸੁਣਿਓ, ਇੱਕ ਪੌੜੀ ਹੋਰ ਉੱਚੀ ਦੀ ਗੱਲ ਹੈ। ਮੁੱਖ ਚ ਕੀ ਭੁੱਲ ਹੋ ਗਈ ਜੀ, ਆਖੋ ਸਤਿਨਾਮ, ਭੁੱਲ ਹੋ ਗਈ ਜੀ, ਭੁੱਲ ਹੋ ਗਈ ਜੀ। ਐਵੇਂ ਇਹਨਾਂ ਤੇਲ ਬਾਲਦਾ ਫਿਰ ਜੀ ਰਸ। ਇੱਥੇ ਸੰਗਤ ਦੀ ਸੇਵਾ ਕਰਨ ਵਾਲੀ ਕਿੱਥੋਂ? ਅੰਮ੍ਰਿਤਸਰ ਤੋਂ ਤੂੰ ਇੰਨੀ ਸੰਗਤ 9 ਟਰੱਕ ਲੈ ਕੇ ਆ ਗਿਆ, ਕਿੰਨਾ ਖਰਚਾ ਕਰਤਾ? ਇੱਥੇ ਸੰਗਤਾਂ ਨਹੀਂ ਹੈਗੀਆਂ, ਸੇਵਾ ਹੋ ਜਾਏਗੀ। ਉਹ ਅੱਗੋਂ ਕੀ ਭੁੱਲ ਹੋ ਗਈ। ਮੈਂ ਲਫ਼ਜ਼ ਬੋਲ ਨਹੀਂ ਸਕਦਾ, ਪਰ ਕਿਤਾਬ 'ਚੋਂ ਲਿਖੇ ਬੋਲ ਰਿਹਾ। ਬਾਬਾ ਸਾਧੂ ਜੀ ਨੇ ਹੋਰ ਚੈੱਕ ਕੀਤਾ ਤੇ ਕੀ ਆਖਿਆ, ਉਹ ਲਫ਼ਜ਼ ਮੈਨੂੰ ਬੋਲਣੇ ਨਹੀਂ ਚਾਹੀਦੇ, ਪਰ ਮੈਂ ਸਿਰਫ ਤੁਹਾਨੂੰ ਦੱਸਣ ਲਈ। ਤੀਜੀ ਵਾਰੀ ਇੰਜ ਸੋਟੀ ਨੂੰ ਹੱਥ ਪਾ ਕੇ ਕੀ ਆਖਿਆ, ਕਹਿੰਦੇ ਜਾ ਕਮਰੇ 'ਚੋਂ ਬਾਹਰ ਚਲਾ ਜਾ। ਹੋਏ ਹੋਏ, ਜਾ ਕਮਰੇ 'ਚੋਂ ਬਾਹਰ ਚਲਾ ਜਾ। ਬਾਬਾ ਝੰਡਾ ਸਿੰਘ ਆਪਣੇ ਸੇਵਾ ਕਹਿੰਦੇ ਜੀ ਭੁੱਲ ਹੋ ਗਈ ਜੀ, 7 ਵਜੇ ਜੀ ਬਾਹਰ ਚਲਾ ਜਾ। ਬਾਹਰ ਚਲੇ ਗਏ ਤੇ ਬਾਬਾ ਸਾਧੂ ਸਿੰਘ ਜੀ ਕਹਿੰਦੇ ਕਰ ਲੈ ਦਰਸ਼ਨ। ਆਖੋ ਸਤਿਨਾਮ। ਤੁਸੀਂ 2 ਦਿਨ ਪਹਿਲੇ ਕਿਹਾ ਸੀ ਕਿਸੇ ਇਹੋ ਜਿਹੇ ਦੇ ਦਰਸ਼ਨ ਕਰਾਓ ਸਿੱਖ ਦੇ, ਗਲਤੀ ਨਾ ਵੀ ਕੀਤੀ ਹੋਵੇ ਪਰ ਕਦੇ ਭੁੱਲ ਹੋ ਗਈ। ਬਾਬਾ ਸਾਧੂ ਸਿੰਘ ਜੀ ਬਾਬਾ ਗੁਰਮੁਖ ਸਿੰਘ ਨੂੰ ਕਹਿੰਦੇ ਚਾਵੇ ਜਵਾਬ ਦੇ ਸਕਦਾ, ਚਾਵੇ ਜਵਾਬ ਦੇ ਸਕਦਾ। ਆਪੇ ਤੇ ਸੁਣਿਆ ਭੇਜਿਆ ਜੀ, ਮੈਂ ਕੋਈ ਆਪੇ ਲਿਆ। ਕਹਿੰਦੇ ਚਾਵੇ ਤੇ ਜਵਾਬ ਦੇਣਾ ਇੱਕ ਪਾਸੇ, ਜੇਬ ਚੋਂ ਰੁੱਕਾ ਸਾਡਾ ਲਿਖਿਆ ਹੋਇਆ ਦਿਖਾ ਸਕਦਾ। ਇਹ ਤੁਹਾਡਾ ਹੀ ਤੇ ਰੁੱਕਾ ਆਇਆ, ਮੈਂ ਕੋਈ ਆਪੇ ਲਿਆ। ਆਖੋ ਸਤਿਨਾਮ। ਮੈਨੂੰ ਝਿੜਕਾਂ ਦੇਈ ਜਾ ਰਹੇ, ਹੁਣ ਤੁਸੀਂ ਦੱਸੋ। ਇਹਨੂੰ ਫੀਲ ਨਾ ਕਰਿਓ, ਆਪਾਂ ਗ੍ਰਸਤੀ ਆ, ਪਰ ਮੈਂ ਇੱਕ ਗੱਲ ਮਹਾਂਪੁਰਸ਼ ਦੀ ਸੁਣਾ ਰਿਹਾ ਕਿ ਮਹਾਂਪੁਰਸ਼ ਆਪਣੇ ਸੇਵਕ ਨੂੰ ਉਸ ਪੌੜੀ ਤੇ ਲਿਜਾਣਾ ਚਾਹੁੰਦਾ ਹੈ। ਕਿਹੜੀ ਪੌੜੀ ਤੇ? ਗੁਰਮੁਖ ਨੇ ਮਾਣਾ ਹੋਏ, ਗੁਰਮੁਖ ਨੇ ਮਾਣਾ ਹੋਏ, ਗੁਰਮੁਖ ਨੇ ਮਾਣਾ ਹੋਏ, ਗੁਰਮੁਖ ਨੇ ਮਾਣਾ ਹੋਏ। ਗੱਲ ਤੇ ਭੈਣੋ ਗੁਰਮੁਖ ਹਾਂਜੀ, ਗੁਰਮੁਖ ਨੇ ਮਾਣਾ ਮਨ ਤੂੰ ਮਤ ਮਾਣ ਕਰੇ, ਜੇ ਹਉ ਕਿਛ ਜਾਣਦਾ। ਗੁਰਮੁਖ ਨੇ ਮਾਣਾ ਹੋਏ, ਹੋਏ ਹੋਏ, ਗੁਰਮੁਖ ਨੇ ਮਾਣਾ ਹੋਏ, ਗੁਰਮੁਖ ਨੇ ਮਾਣਾ ਹੋਏ, ਗੁਰਮੁਖ ਦਾਸ ਆਸ ਰੱਖਦਾ। ਤੁਸੀਂ ਸਮਝ ਗਏ ਹੋ, ਇਹ ਪੌੜੀ ਹੋਰ ਉੱਚੀ ਹੈ। ਐਡੀ ਸਿੱਖੀ ਕਮਾ ਲਈ। ਇੱਕ ਤੇ ਹੈ ਹਉਮੈ ਨੂੰ ਬਚਣਾ, ਇੱਕ ਹੈ ਵੀ ਮੈਂ ਸਿੱਖਣਾ ਚਾਹੁੰਦਾ, ਇੱਕ ਹੈ ਮੈਂ ਸਿੱਖਣ ਦੀ ਖਾਸ਼ ਰੱਖਦਾ, ਮੈਂ ਸਿੱਖਾਂ। ਹਉਮੈ ਨਾ ਆਵੇ ਉਹਦੇ ਵਿੱਚ ਤੇ ਸਿੱਖ ਦੀ ਦੀਵਾਰ ਨਾ ਰਵੇ। ਆਹ ਪੌੜੀ ਹੋਰ ਉੱਚੀ ਹੈ। ਸਹੀ ਹੁੰਦਿਆਂ ਵੀ ਆ ਸਿੱਖੀ ਦੀ ਪੌੜੀ ਸਹੀ ਹੁੰਦਿਆਂ ਵੀ ਕਹਿਣਾ ਜੀ ਭੁੱਲ ਹੋ ਗਈ, ਕੀ ਭੁੱਲ ਹੋ ਗਈ। ਹਾਏ ਹਾਏ, ਸਮਝ ਪਾਇਓ। ਕਿਤੇ ਅਸੀਂ ਰੀਸ ਤੇ ਨਹੀਂ ਕਰ ਸਕਦੇ, ਪਰ ਕਿਤੇ ਕਿਤੇ
ਪਰਿਵਾਰ ਵਿੱਚ ਵੀ ਇਹ ਕਿਨਕਾ ਆ ਜੇ ਤੁਹਾਡਾ ਘਰ ਕਲੇਸ਼ ਤੋਂ ਬਚ ਜਾਏ। ਆਂਢ ਗੁਆਂਢ 'ਚ ਕਿਨਕਾ ਆ ਜੇ ਤੁਹਾਡਾ ਮਨ ਕਲੇਸ਼ ਤੋਂ ਬਚ ਜਾਏਗਾ। ਰਿਸ਼ਤੇਦਾਰੀ 'ਚ ਕਿਨਕਾ ਆ ਜੇ ਤੁਹਾਡਾ ਮਨ ਇਸ ਕਲੇਸ਼ ਤੋਂ ਬਚ ਜਾਏਗਾ। ਇਹ ਵੱਡੀ ਬਾਤ ਹੈ ਜਿਹੜੀ ਆਮ ਉਸ ਤੋਂ ਵੀ। ਔਰ ਇਹ ਇੱਕ ਦਾਸ ਨੂੰ ਘਟਨਾ ਬਾਬਾ ਨੰਦ ਸਿੰਘ ਜੀ ਦੇ ਜੀਵਨ 'ਚੋਂ ਹੀ ਮਿਲਦੀ ਹੈ। ਮਹਾਂਪੁਰਸ਼ ਕਿਤੇ ਚੈੱਕ ਕਰਦੇ ਰਹਿੰਦੇ ਬਈ ਸਹੀ ਹੁੰਦੇ ਆ ਵੀ ਅਵਸਥਾ ਬਣ ਗਈ, ਭੁੱਲ ਗਏ, ਐਵੇਂ ਚਾਬੀਆਂ ਨਹੀਂ ਨਾ ਦਿੰਦੇ। ਔਰ ਮੈਂ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਵਾਂ, ਬਾਬਾ ਸਾਧੂ ਸਿੰਘ ਜੀ ਨੇ ਕਿਹਾ ਬਾਬਾ ਗੁਰਮੁਖ ਸਿੰਘ ਨੂੰ ਕਰ ਲੈ ਦਰਸ਼ਨ। ਚਾਹੇ ਤੇ ਜਵਾਬ ਦੇ ਸਕਦਾ, ਆਪੇ ਤੇ ਕਿਹਾ ਜੇ, ਚਾਹੇ ਤੇ ਰੁੱਕਾ ਵਿਖਾ ਸਕਦਾ, ਪਰ ਫੇਰ ਵੀ ਕੀ ਕਹਿ ਰਿਹਾ, ਭੁੱਲ ਹੋ ਗਈ। ਤੇ ਮੈਂ ਇੱਕ ਸੰਗਤ ਨੂੰ ਦੱਸਣਾ ਚਾਹੁੰਦਾ ਕਿ ਬਾਬਾ ਸਾਧੂ ਸਿੰਘ ਜੀ ਸਮਾਂ ਆਉਣ ਤੇ ਜਿਹੜੀ ਫਿਰ ਉਹ ਚਾਬੀਆਂ ਨੇ ਨਾ, ਸੇਵਾ ਹੈ ਸਾਰੀ ਸਮਾਂ ਆਉਣ ਤੇ ਬਾਬਾ ਝੰਡਾ ਸਿੰਘ ਜੀ ਦੀ ਝੋਲੀ ਵਿੱਚ ਪਈ। ਆਖੋ ਸਤਿਨਾਮ ਪਈ। ਇਹ ਮੈਨੂੰ ਇੱਕ ਬਚਨ ਉੱਥੋਂ ਵੀ ਲੱਭਾ, ਬਾਬਾ ਨੰਦ ਸਿੰਘ ਜੀ ਤੇ ਬਾਬਾ ਈਸ਼ਰ ਸਿੰਘ ਜੀ, ਉਹਨਾਂ ਦੇ ਬਾਬਾ ਈਸ਼ਰ ਸਿੰਘ ਜੀ ਸੇਵਾਦਾਰ, ਬਾਬਾ ਜੀ ਬਾਬਾ ਨੰਦ ਸਿੰਘ ਜੀ ਦੀ ਹਜ਼ੂਰੀ ਸੇਵਾਦਾਰ। ਬਾਬਾ ਜੀ ਨੇ ਨਾ ਪ੍ਰਸ਼ਾਦਾ ਲਿਆਂਦਾ, ਬਾਬਾ ਈਸ਼ਰ ਸਿੰਘ ਜੀ ਨੇ ਬਾਬਾ ਨੰਦ ਸਿੰਘ ਜੀ ਨੇ ਪ੍ਰਸ਼ਾਦਾ ਰੱਖਿਆ। ਕੌਲੇ 'ਚ ਦਾਲ, ਹੱਥ ਤੇ ਪ੍ਰਸ਼ਾਦਾ, ਤੁਹਾਨੂੰ ਪਤਾ ਹੀ ਹੈ ਨਾਨਕਸਰ। ਥਾਲ ਵਿੱਚ ਭੋਗ ਸਤਿਗੁਰਾਂ ਨੂੰ, ਬਾਕੀ ਇਸ ਤਰ੍ਹਾਂ ਹੀ ਛਕਦੇ। ਕੌਲੇ 'ਚ ਚੀਜ਼ ਸਬਜ਼ੀ ਤੇ ਹੱਥ ਤੇ ਪ੍ਰਸ਼ਾਦਾ। ਸਤਿਗੁਰਾਂ ਨੂੰ ਉੱਤਮ ਸੇਵਾ ਰੱਖੀ। ਹੁਣ ਬਾਬਾ ਜੀ ਨੇ ਪ੍ਰਸ਼ਾਦਾ ਹੱਥ ਤੇ, ਜੋ ਵੀ ਕੁਝ ਨਾਲ ਸੀ ਉਹ ਬਾਬਾ ਈਸ਼ਰ ਸਿੰਘ ਜੀ ਥੋੜੀ ਪਰੇ ਖਲੋ ਗਏ, ਮੁੜ ਕੇ ਵੀ ਪਰੇ ਖਲੋ ਗਏ। ਬਾਬਾ ਈਸ਼ਰ, ਬਾਬਾ ਨੰਦ ਸਿੰਘ ਜੀ ਪ੍ਰਸ਼ਾਦਾ ਛਕਦਿਆਂ ਕੀ ਆਖਿਆ, ਪ੍ਰਸ਼ਾਦਾ ਦੇ ਕੇ ਤੇ ਕਿੱਥੇ ਖਲੋ ਜਾਂਦੇ ਨੇ। ਸਾਨੂੰ ਕੋਈ ਲੋੜ ਹੋਵੇ ਤੇ ਗਲਾ ਪਾੜਾਂਗੇ, ਸਾਨੂੰ ਕੋਈ ਲੋੜ ਹੋਵੇ ਤੇ ਗਲਾ ਪਾੜਾਂਗੇ। ਬਾਬਾ ਈਸ਼ਰ ਜੀ ਨੇ ਸੁਣਿਆ ਵੀ, ਕਹਿਣ ਲੱਗੇ, ਕਹਿੰਦੇ ਭੁੱਲ ਹੋ ਗਈ। ਹੁਣ ਬਾਬਾ ਜੀ ਕੋਈ ਚੀਜ਼ ਲੋੜ ਹੈ ਤਾਂ ਉੱਚੀ ਬੋਲਣਗੇ ਵੀ ਆਹ ਲੈ ਕੇ ਆਓ, ਜਲ ਲੈ ਕੇ ਆਓ, ਆਹ ਚੀਜ਼ ਦੁਬਾਰਾ ਲੈ ਆਓ। ਬਾਬਾ ਈਸ਼ਰ ਸਿੰਘ ਜੀ ਨਾ ਥੋੜੀ ਜਿਹੀ ਉਰੇ ਆ ਗਏ, ਜਿੱਥੇ ਬਾਬਾ ਜੀ ਪ੍ਰਸ਼ਾਦਾ ਛਕ ਰਹੇ, 5 ਫੁੱਟ ਦੂਰ ਖਲੋ ਗਏ। ਬਾਬਾ ਜੀ ਨੇ ਦੂਜੀ ਤੀਜੀ ਗਰਾਈ ਤੋੜੀ ਤੇ ਬਾਬਾ ਨੰਦ ਸਿੰਘ ਜੀ ਕਹਿੰਦੇ ਪ੍ਰਸ਼ਾਦਾ ਵੀ ਨਹੀਂ ਛਕਾਣਾ ਆਉਂਦਾ, ਸਿਰ ਤੇ ਖਲੋ ਜਾਂਦੇ, ਸਾਡੀਆਂ ਬੁਰਕੀਆਂ ਗਿਣਨ ਲੱਗੇ। ਆਖੋ ਸਤਿਨਾਮ। ਹੁਣ ਬਾਬਾ ਈਸ਼ਰ ਸਿੰਘ ਜੀ ਕਹਿ ਨਹੀਂ ਸਕਦੇ, ਦੱਸੋ ਜੇ ਮੈਂ ਪਰੇ ਖਲੋਤਾ ਤੇ ਤਾਂ ਮੈਨੂੰ ਝੜਕਾਂ, ਜੇ ਕੋਲ ਖਲੋ ਗਿਆ ਤਾਂ ਝੜਕਾਂ। ਪਰ ਬਾਬਾ ਜੀ ਕੀ, ਬਾਬਾ ਈਸ਼ਰ ਸਿੰਘ ਜੀ ਅੱਗੋਂ ਕੀ, ਜਦੋਂ ਪਰੇ ਖਲੋਤੇ ਬਾਬਾ ਜੀ ਕਹਿੰਦੇ ਸਾਨੂੰ ਕੋਈ ਚੀਜ਼ ਲੋੜ ਹੋਈ ਤੇ ਗਲਾ ਪਾੜਾਂਗੇ। ਆ ਕੇ ਆਖਿਆ ਜੀ ਭੁੱਲ ਹੋ ਗਈ। 5 ਫੁੱਟ ਤੇ ਖਲੋ ਗਏ, 7 ਫੁੱਟ ਤੇ ਖਲੋ ਗਏ ਵੀ ਕੋਲ ਰਵਾਂ ਸਾਹਮਣੇ, ਤੇ ਕਹਿੰਦੇ ਇੰਜ ਸਾਹਮਣੇ ਖਲੋ ਜਾਂਦੇ ਵੀ ਪ੍ਰਸ਼ਾਦਾ ਛਕਦਿਆਂ ਵੀ ਸਾਡੀਆਂ ਬੁਰਕੀਆਂ ਗਿਣਦੇ। ਤੇ ਹੁਣ ਕਹਿ ਨਹੀਂ ਸਕਦੇ, ਦੱਸੋ ਮਹਾਂਪੁਰਸ਼ੋ ਚੰਗਾ ਤੁਸੀਂ ਤੇ ਕਿਧਰੇ ਨਹੀਂ ਜੀਣ ਦਿੰਦੇ। ਜੇ ਮੈਂ ਪਰੇ ਖਲੋਤਾ ਤੇ ਤਾਂ, ਜੇ ਉਰੇ ਖਲੋਤਾ, ਪਰ ਜਦੋਂ ਕਿਹਾ ਇੰਜ ਖਲੋ ਗਏ ਸਾਡੀਆਂ ਬੁਰਕੀਆਂ ਗਿਣਦੇ ਤੇ ਤਾਂ ਵੀ ਕੀ ਆਖਿਆ ਜੀ ਭੁੱਲ ਹੋ ਗਈ। ਆਖੋ ਸਤਿਨਾਮ। ਇਹਨੂੰ ਕੀ ਕਹੋਗੇ? ਇਹ ਆਮ ਅਵਸਥਾ ਤੋਂ ਵੀ ਉੱਤੇ ਦੀ ਬਾਤ ਸਹੀ ਹੁੰਦਿਆਂ ਵੀ ਭੁੱਲ ਹੋ ਗਈ। ਨਾਲ ਨਾ ਪੜਿਓ ਜੀ, ਕਿਰਪਾ ਕਰਿਓ। ਗੁਰਮੁਖ ਨਿਮਾਣਾ ਹੋਏ, ਗੁਰਮੁਖ ਨਿਮਾਣਾ ਹੋਏ, ਗੁਰਮੁਖ ਨਿਮਾਣਾ
ਭੈਣੋ ਗੁਰਮੁਖ ਮਨ ਤੋਂ ਮਤ ਮਾਣ ਕਰੇ। ਇਹ ਸਿੱਖੀ ਦਾਨ ਜੇ ਅੱਜ ਸਮਝਿਓ ਸਿੱਖਾਂ ਨੂੰ ਸਿੱਖੀ ਮਨ ਤੋਂ ਮਤ ਮਾਣ ਕਰੇ ਜੇ ਹਉ ਕਿਛ ਜਾਣਦਾ ਗੁਰਮੁਖ ਨਿਵਾਣਾ ਹੋਏ। ਮਨ ਹਾਲੀ ਕਿਰਸਾਣੀ ਕਰਨੀ ਸਰਮ ਪਾਣੀ ਤਨ ਖੇਤ ਨਾਮ ਵੀ ਸੰਤੋਖ ਸੁਹਾਗਾ ਰੱਖ ਗਰੀਬੀ ਵੇ। ਗੁਰਮੁਖ ਨਿਵਾਣਾ ਹੋਏ ਨਿਵਾਣਾ ਹੋਏ। ਇਹ ਪ੍ਰਕਰਣ ਚੱਲ ਰਿਹਾ ਹੈ ਅਰਦਾਸ ਦੇ ਵਿਚਲੇ 9 ਦਾਨ ਤੇ ਪਹਿਲੇ ਦਾਨ ਸਿੱਖੀ ਦਾਨ ਕੀ ਹੈ। ਸਿੱਖੀ ਧਾਰਨ ਕਰਨੀ ਹੋਰ ਬਾਤ ਤੇ ਸਿੱਖੀ ਨੂੰ ਸਮਝਣਾ ਹੋਰ ਬਾਤ। ਆ ਸਿੱਖੀ ਹੈ ਗੁਰਮੁਖ ਨਿਮਾਣਾ, ਆ ਸਿੱਖੀ ਹੈ ਰੱਖ ਗਰੀਬੀ, ਆ ਸਿੱਖੀ ਹੈ ਵੀ ਸਿਰੇ ਤੇ ਪਹੁੰਚ ਜਾਵੇ 2:30 ਵਜੇ ਉੱਠਦਾ ਹੋਵੇ ਪਰ ਮਨ ਕਿੱਥੇ ਹੋਵੇ ਮੈਂ ਅਜੇ ਸਿੱਖਣਾ ਚਾਹੁੰਦਾ ਮੈਂ ਇਹਦੇ ਨੇੜੇ। ਤੁਸੀਂ ਇਹ ਵੀ ਸੁਣਿਆ ਤੀਜੇ ਪਾਤਸ਼ਾਹ ਨੇ ਸਿੱਖ ਦਾ ਕੀ ਨਕਸ਼ਾ ਖਿੱਚਿਆ, ਚੌਥੇ ਪਾਤਸ਼ਾਹ ਨੇ ਕੀ ਖਿੱਚਿਆ, ਛੇਵੇਂ ਪਾਤਸ਼ਾਹ ਨੇ, ਗੁਰੂ ਹਰਿ ਸਾਹਿਬ ਜੀ ਨੇ। ਤੇ ਹੁਣ ਤੁਸੀਂ ਸਰਵਨ ਕੀਤਾ ਵੀ ਮਹਾਂਪੁਰਸ਼ਾਂ ਨੇ। ਤੇ ਹੁਣ ਦਾਸ ਦਾ ਦਿਲ ਕਰਦਾ ਤੁਹਾਡੇ ਮੇਰੇ ਪਿਆਰੇ ਗੁਰੂ ਦੇ ਪਿਆਰੇ ਭਾਈ ਗੁਰਦਾਸ ਜੀ ਨੇ ਵੀ ਸਿੱਖੀ ਦਾ ਨਕਸ਼ਾ ਖਿੱਚਿਆ। ਆਖੋ ਸਤਿ ਬੜੇ ਧਿਆਨ ਨਾਲ ਸੁਣਿਓ ਬਸ 8-10 ਮਿੰਟ ਬਸ। ਭਾਈ ਗੁਰਦਾਸ ਜੀ ਨੇ ਸਿੱਖੀ ਦਾ ਕੀ ਨਕਸ਼ਾ ਖਿੱਚਿਆ ਸੁਣਿਓ। ਭਾਈ ਗੁਰਦਾਸ ਜੀ ਦੀ ਇੱਕ ਵਾਰ ਹੈ ਉਹ ਮੈਂ ਬਾਅਦ ਚ ਗਾ ਕੇ ਬੋਲਾਂ ਗੁਰੂ ਬੁਲਾਵੇ। ਉਹਨਾਂ ਨੇ ਕੀ ਆਖਿਆ ਜਿਹੜਾ ਸਿੱਖ ਹੈ ਨਾ ਗੁਰੂ ਦਾ ਉਹਦਾ ਗਿਆਨ ਜਿਹੜਾ ਨਾ ਗਿਆਨ ਗੁਰੂ ਦੇ ਸਿੱਖ ਦਾ ਗਿਆਨ ਕੋਇਲ ਵਰਗਾ ਹੋਵੇ। ਗੁਰੂ ਦੇ ਸਿੱਖ ਦਾ ਧਿਆਨ ਜਿਹੜਾ ਕੱਛੂ ਕੰਮੇ ਵਰਗਾ ਹੋਵੇ। ਆਖੋ ਸਤਿਨਾਮ। ਤੇ ਗੁਰੂ ਦੇ ਸਿੱਖ ਦਾ ਸਿਮਰਨ ਕੁੰਜ ਵਰਗਾ ਹੋਵੇ। ਸੁਣਿਓ ਜੀ ਬੜਾ ਪਿਆਰਾ ਜ਼ਿਕਰ ਹੈ। ਮੈਂ ਦੁਬਾਰਾ ਬੋਲਦੇ ਆ ਭੁੱਲ ਨਾ ਜਾਏ। ਸਿੱਖੀ ਦਾਨ ਕੀ ਹੈ? ਗੁਰੂ ਦੇ ਸਿੱਖ ਦਾ ਗਿਆਨ ਕੋਇਲ ਵਰਗਾ ਹੋਵੇ, ਧਿਆਨ ਕੱਛੂ ਕੰਮੇ ਵਰਗਾ ਹੋਵੇ ਤੇ ਸਿਮਰਨ ਕੁੰਜ ਵਰਗਾ ਹੋਵੇ। ਹੁਣ ਤੁਸੀਂ ਕਹੋਗੇ ਇਹਦੇ ਕੀ ਅਰਥ ਹੈ? ਗਿਆਨ ਕੋਇਲ ਵਰਗਾ। ਇਹ ਜਦੋਂ ਦਾਸ ਨੇ ਪੜ੍ਹਿਆ ਤੇ ਬਹੁਤ ਧਿਆਨ ਦੇਣਾ। ਮੇਰੇ ਖਿਆਲ ਤੁਸੀਂ ਅੱਗੇ ਸੁਣਿਆ ਹੋਇਆ ਜਿਹੜੀ ਕੋਇਲ ਹੈ ਨਾ ਕੋਇਲ ਉਹ ਆਪਣਾ ਆਂਡਾ ਆਪਣੇ ਆਲਣੇ 'ਚ ਦਵੇ ਤੇ ਜਿਹੜੀ ਕੌਣੀ ਹੈ ਨਾ ਕੌਣੀ ਉਹ ਸ਼ਰਾਰਤੀ ਹੈ ਉਹ ਤੋੜ ਦਿੰਦੀ ਜਾ ਕੇ। ਆਖੋ ਸਤਿਨਾਮ। ਜਦੋਂ ਕੋਇਲ ਜਾਂਦੀ ਨਾ ਉੱਡ ਕੇ ਕਿਧਰੇ ਅਸਮਾਨ 'ਚ ਗੇੜਾ ਲਾਉਣ ਤੇ ਉਹ ਸ਼ਰਾਰਤੀ ਕੌਣੀ ਉਹਦੇ ਆਲਣੇ ਜਾ ਕੇ ਨਾ ਉਹਦਾ ਆਂਡਾ ਤੋੜ ਦੇਗੀ। ਵੇਖੋ ਕੈਸਾ ਸਾਡਾ ਰੱਬ ਹੈ। ਇੱਕ ਕੋਇਲ ਨੂੰ ਵੀ ਦਿਮਾਗ ਦਿੱਤਾ ਹੈ ਪਿਤਾ ਜੀ ਨੇ। ਕਿੱਡੀ ਹੈਰਾਨਗੀ ਦੀ ਗੱਲ ਹੈ ਕਿ ਕੋਇਲ ਆਪਣਾ ਆਂਡਾ ਕੌਣੀ ਦੇ ਆਲਣੇ 'ਚ ਦਿੰਦੀ। ਆਖੋ ਸਤਿਨਾਮ। ਕੋਇਲ ਆਪਣਾ ਆਂਡਾ ਜਿਹੜਾ ਨਾ
ਕੌਣੀ ਦੇ ਆਲਣੇ 'ਚ ਦਿੰਦੀ ਹੈ ਤੇ ਕੌਣੀ ਉਹਨੂੰ ਇਹ ਸਮਝ ਕੇ ਪਾਲਦੀ ਹੈ ਵੀ ਮੇਰਾ ਬੱਚਾ ਆਪੋ ਸਤਨਾਮ ਮੇਰਾ ਅੰਡਾ ਹਾਏ ਹਾਏ। ਕਹਿੰਦੇ ਉਹ ਜਦੋਂ ਬੱਚਾ ਆਂਡੇ ਚੋਂ ਬਾਹਰ ਨਿਕਲਦਾ ਨਾ ਜੀ, ਹੁਣ ਉਦੋਂ ਵੀ ਕੌਣੀ ਸਮਝਦੀ ਮੇਰਾ ਬੱਚਾ, ਇਹ ਮੇਰਾ ਬੱਚਾ, ਕਿਉਂਕਿ ਰੰਗ ਰੂਪ ਇੱਕੋ ਜਿਹਾ, ਸ਼ਕਲ ਸਭ ਇੱਕੋ ਜਿਹੀ। ਕਹਿੰਦੇ ਚੰਦ ਦਿਨਾਂ ਦਾ ਹੁੰਦਾ, ਮਾੜੇ ਪਰ ਮਾਰਨੇ ਸ਼ੁਰੂ ਕਰਦਾ ਹੈ, ਚੰਦ ਦਿਨਾਂ ਦਾ ਹੁੰਦਾ ਤੇ ਕੋਇਲ ਕੀ ਕਰਦੀ ਹੈ, ਕੌਣੀ ਦੇ ਆਲਣੇ ਦੇ ਸਾਹਮਣੇ ਟਾਹਣ ਤੇ ਬਹਿ ਜਾਂਦੀ ਹੈ, ਬੋਲਦੀ ਹੈ, ਕੂਕਦੀ ਹੈ। ਕਹਿੰਦੇ ਉਹ ਜਿਹੜਾ ਬੱਚਾ ਹੈ ਨਾ, ਜਦੋਂ ਉਹਦੀ ਮਾਂ ਕੂਕਦੀ ਹੈ ਨਾ, ਇਹ ਭਾਈ ਗੁਰਦਾਸ ਜੀ ਨੇ ਲਿਖਿਆ, ਕਹਿੰਦੇ ਇੱਕ ਕੌਣੀ ਨਹੀਂ, ਭਾਵੇਂ ਹਜ਼ਾਰਾਂ ਕੌਣੀਆਂ ਕੋਲ ਕਾਂ ਕਾਂ ਕਰਕੇ ਰੋਲਾ ਪਾਉਂਦੀਆਂ ਹੋਣ, ਪਰ ਕੋਇਲ ਦਾ ਬੱਚਾ ਜਦੋਂ ਉਹਦੀ ਮਾਂ ਕੂਕਦੀ ਹੋਏਗੀ ਤੇ ਉਹ ਕੀ ਕਰਦਾ, ਉੱਡ ਕੇ ਸਿੱਧਾ ਆਪਣੀ ਮਾਂ ਕੋਲ ਜਾਂਦਾ। ਮਾਂ ਕੀ ਕਰਦੀ ਏ, ਆਪਣੇ ਆਲਣੇ 'ਚ ਲਿਆ ਕੇ ਤੇ ਪਾਲਣਾ ਸ਼ੁਰੂ ਕਰ ਦਿੰਦੀ। ਘਰ ਗੱਜ ਕੇ ਕਹਿ ਦਿਓ ਸਤਨਾਮ। ਇਹ ਮਹਾਂਪੁਰਸ਼ਾਂ ਨੇ ਅਰਥ ਕੀਤਾ। ਭਾਈ ਪਿੰਦਰਪਾਲ ਸਿੰਘ ਬੜੀਆਂ ਗੁਰਮੁਖ ਰੂਹਾਂ ਨੇ ਇਹਦੇ ਅਰਥ ਕੀ ਕੀਤੇ ਹੈ। ਕਹਿੰਦੇ ਸਿੱਖ ਦਾ ਗਿਆਨ, ਭਾਈ ਗੁਰਦਾਸ ਜੀ ਕਹਿੰਦੇ ਸਿੱਖ ਕਿਹਨੂੰ ਕਹਿੰਦੇ, ਸਿੱਖ ਦਾ ਗਿਆਨ ਕੋਇਲ ਵਰਗਾ ਹੋਵੇ। ਕੋਇਲ ਵਰਗਾ ਕੀ, ਇਸ ਸੰਸਾਰ ਵਿੱਚ ਜਿੰਨੇ ਮਰਜ਼ੀ ਗੀਤ ਹੋਣ, ਨਾਦ ਹੋਣ, ਜੋ ਮਰਜ਼ੀ ਤਮਾਸ਼ੇ, ਰੰਗ, ਪਿਕਚਰਾਂ, ਗਲਤ ਚੀਜ਼ਾਂ ਹੋਣ, ਪਰ ਸਿੱਖ ਆਪਣੀ ਗੁਰੂ ਮਾਂ ਦੀ ਸ਼ਬਦ ਦੀ ਬਾਣੀ ਦੀ ਆਵਾਜ਼ ਹੀ ਸੁਣੇ। ਆਖੋ ਸਤਿ ਧਿਆਨ ਦੇਣਾ। ਸਿੱਖ ਦਾ ਗਿਆਨ ਕੋਇਲ ਵਰਗਾ ਹੋਵੇ। ਹਜ਼ਾਰਾਂ ਕੌਣੀਆਂ ਰੋਲਾ ਪਾ ਰਹੀਆਂ, ਉਹ ਕਿਸੇ ਦੀ ਨਹੀਂ ਕੋਇਲ ਦਾ ਬੱਚਾ ਸੁਣਦਾ, ਕਿਸੇ ਦੀ ਨਹੀਂ। ਉਹਦੀ ਜਿਹੜੀ ਮਾਂ ਕੂਕ ਰਹੀ ਉਹਨੂੰ ਪਛਾਣ ਲੈਂਦਾ, ਆਹ ਮੇਰੀ ਮਾਂ ਹੈ, ਉਹਦੇ ਕੋਲ ਉੱਡ ਕੇ ਜਾਏਗਾ। ਆਖੋ ਸਤਿਨਾਮ। ਆਪਣੀ ਮਾਂ ਕੋਲ। ਹੁਣ ਸਮਝ ਲੈਣਾ ਵੀ ਕੀ ਕਹਿਣਾ ਚਾਹ ਰਹੇ। ਅੱਜ ਕੱਲ੍ਹ ਤੇ ਇਹ ਗਿਆਨ ਜ਼ਿਆਦਾ ਲੋੜ ਹੈ ਕਿ ਆਸੇ ਪਾਸੇ ਹਜ਼ਾਰਾਂ ਦੁਕਾਨਾਂ ਝੂਠ ਦੀਆਂ ਖੁੱਲ ਜਾਣ, ਗਲਤ ਦੁਕਾਨਾਂ ਖੁੱਲ ਜਾਣ, ਪਰ ਗੁਰੂ ਦਾ ਸਿੱਖ ਕੋਇਲ ਦੇ ਬੱਚੇ ਵਾਂਗੂ ਆਪਣੀ ਮਾਂ ਕੋਲ ਹੀ ਜਾਵੇ। ਗੁਰੂ ਦਾ ਸਿੱਖ ਜਿੰਨੀਆਂ ਮਰਜ਼ੀ ਦੁਕਾਨਾਂ ਖੁੱਲ ਜਾਣ, ਪਰ ਆਪਣੇ ਪਿਓ ਗੁਰੂ ਗ੍ਰੰਥ ਸਾਹਿਬ ਦੇ ਕੋਲ ਹੀ ਜਾਵੇ, ਉੱਥੇ ਜਾਵੇ। ਧਿਆਨ ਦੇਣਾ, ਕਿਉਂਕਿ ਅੱਜ ਕੱਲ੍ਹ ਦੁਕਾਨਾਂ ਜ਼ਿਆਦਾ ਵੱਧ ਗਈਆਂ। ਆਖੋ ਸਤਿਨਾਮ। ਕਿਧਰੇ ਰਾਸ਼ੀਆਂ ਨਹੀਂ ਸਾਹ ਲੈ ਰਹੀ, ਕਿਧਰੇ ਗ੍ਰਹਿ ਨਹੀਂ ਸਾਹ ਲੈ ਰਹੇ, ਕਿਧਰੇ ਮੁੰਦਰੀ ਦੇ ਨਗ ਨਹੀਂ ਸਾਹ ਲੈ ਰਹੇ। ਆਖੋ ਸਤਿਨਾਮ। ਕਿੰਨੀਆਂ ਦੁਕਾਨਾਂ ਖੁੱਲੀਆਂ ਜੀ, ਪਤਾ ਨਹੀਂ ਐਡੇ ਐਡੇ ਵਧੀਆ ਕੱਪੜੇ ਸਵਾ ਲੈਂਦੇ ਆ ਤੇ ਐ ਲਾਈਟਾਂ ਲੁਈਟਾਂ ਲਾ ਕੇ ਤੇ ਪੂਰੀ ਪਤਾ ਨਹੀਂ ਕਿੰਨੇ ਕਿੰਨੇ ਪੈਸੇ ਦਿੰਦੇ ਵੀਡੀਓ ਵਾਲਿਆਂ ਨੂੰ। ਸਾਡਾ ਤੇ ਸਿੱਧਾ ਸਾਦਾ ਹੀ ਹੈ ਕੰਮ। ਤੇ ਉਹ ਫਿਰ ਐ ਪੂਰਾ ਤਿਆਰੀ ਤੁਰੀ ਕਰਕੇ ਲੜਕੀ ਬੈਠੀ ਹੁੰਦੀ ਹੈ, ਉਹ ਕਹਿੰਦੀ ਹੈ ਮਹਾਰਾਜ ਜੀ ਚਿੱਠੀਆਂ ਆਈਆਂ, ਅਗਲੀ ਚਿੱਠੀ ਖੋਲਾਂ। ਖੋਲੋ ਬੇਟਾ। ਕਿੰਨੀਆਂ ਦੁਕਾਨਾਂ, ਚਿੱਠੀ ਖੋਲਦੀ ਹੈ ਜੀ, ਫਲਾਣੀ ਚਿੱਠੀ ਜੀ ਰਾਣੀ ਕੇ ਬਾਗ ਤੋਂ ਆਈ ਅੰਮ੍ਰਿਤਸਰ। ਕੋਈ ਕਹਿ ਲਓ, ਕੁਝ ਕਹਿ ਲਓ। ਹਾਂ ਬੇਟਾ ਕੀ ਲਿਖਿਆ ਜੀ? ਉਹਨਾਂ ਨੇ ਲਿਖਿਆ ਜੀ ਹੱਥ ਬੜਾ ਟਾਈਟ ਹੈ। ਉਹ ਅੱਗੋਂ ਕੀ ਕਹੇਗਾ ਜਿਹੜਾ ਬੈਠਾ ਹੈ ਸਿਆਣਾ, उनको कहो मुंदरी में नीलम नग पालो, हाथ ठीक हो जाएगा। आखो सतनाम। हुण तुसीं सुणदे पए हो, तुसीं किते प्रोग्राम वेख रहे हो, तुसीं कहंदे हो हत्थ ते मेरा भी टाइट है। हुण तुसीं प्रोग्राम वेख रहे हो भी उन्हें कहा फलानी चिट्ठी आई है भी हत्थ बड़ा टाइट है, ते अगों उन्होंने कहा नीलम नग पा लो, हत्थ ठीक हो जाएगा। तुसीं भी बाजार तुर पे
ਤੁਸੀਂ ਵੀ ਤੁਰ ਪਏ ਵੀ ਮੈਂ ਵੀ ਨੀਲਮ ਨਗ ਪਾ ਲਵਾਂ, ਉਹਦੇ ਨਾਲ ਮਾਇਆ ਆਣੀ ਸ਼ੁਰੂ ਹੋ ਜਾਂਦੀ। ਤੇ ਸਮਝ ਲੈਣਾ ਤੁਹਾਡੇ ਨਾਲੋਂ ਕੋਇਲ ਦਾ ਬੱਚਾ ਚੰਗਾ ਹੈ, ਜਿੰਨੇ ਲੱਖਾਂ ਕੌਣੀਆਂ ਦੀ ਆਵਾਜ਼ ਨਹੀਂ ਸੁਣੀ, ਆਪਣੀ ਮਾਂ ਦੀ ਆਵਾਜ਼ ਸੁਣੀ। ਜਿੰਨੇ ਵੈਸੇ ਮੁੰਦਰੀ 'ਚ ਨਗ ਪਾਇਆ ਕੋਈ ਗੱਲ ਨਹੀਂ, ਇਹ ਭਾਵਨਾ ਨਾਲ ਪਾਇਆ ਕਿ ਇਹ ਨਗ ਪਾਣ ਨਾਲ ਮਾਇਆ ਆਂਦੀ ਤੇ ਨਗ ਵੱਡਾ ਹੋ ਗਿਆ, ਗੁਰੂ ਗ੍ਰੰਥ ਸਾਹਿਬ ਛੋਟੇ। ਆਖੋ ਸਤਿਨਾਮ। ਤੇ ਇਹ ਗਿਆਨ ਕੋਇਲ ਵਰਗਾ। ਭਾਈ ਗੁਰਦਾਸ ਜੀ ਕਹਿੰਦੇ ਸਿੱਖ ਦਾ ਗਿਆਨ ਕੋਇਲ ਦੇ ਬੱਚੇ ਵਰਗਾ ਹੋਵੇ। ਕੋਇਲ ਦੇ ਬੱਚੇ ਵਰਗਾ ਹਜ਼ਾਰਾਂ ਦੁਕਾਨਾਂ ਗ੍ਰਹਿਵਾਂ ਦੀਆਂ, ਰਾਸ਼ੀਆਂ ਦੀਆਂ, ਨਗਾਂ ਦੀਆਂ, ਧਨ ਲక్ష్ਮੀ ਯੰਤਰ ਦੀਆਂ, ਵਾਸਤੂ ਸ਼ਾਸਤਰ ਦੀਆਂ। ਹੁਣ ਮੈਂ ਵੇਰਵਾ ਦਿੰਦਾ ਤੇ ਉਹ ਦੂਜੇ ਦੋ ਰਹਿ ਨਾ ਜਾਣ, ਕਿਉਂਕਿ ਮਨ ਦਾ ਚਿੱਤ ਕਰਦਾ ਵੀ ਅਗਲੀ ਵਾਰੀ ਹੁਣ ਕੇਸ ਦਾਨ ਹੀ ਸ਼ੁਰੂ ਹੋਵੇ। ਅਗਲਾ ਦੂਜਾ ਦਾਨ, ਸਿੱਖਾਂ ਨੂੰ ਸਿੱਖੀ ਦਾਨ, ਬੋਲੋ ਜੀ, ਅਗਲਾ ਕੇਸ ਦਾਨ, ਅਗਲੀ ਵਾਰੀ ਉਹ ਸ਼ੁਰੂ ਹੋ। ਇਹ ਭਾਈ ਗੁਰਦਾਸ ਜੀ ਦੀ ਵਾਰ ਹੈ। ਕਹਿੰਦੇ ਸਿੱਖ ਦਾ ਗਿਆਨ ਕੋਇਲ ਵਰਗਾ, ਧਿਆਨ ਕੱਛੂ ਕੰਮੇ ਵਰਗਾ, ਤੇ ਸਿਮਰਨ ਪੁੰਜ ਵਰਗਾ। ਕੋਈ ਉੱਠੇ ਨਾ ਬੇਨਤੀ ਹੈ 3-4 ਮਿੰਟ ਜਿਹੜਾ ਧਿਆਨ ਉਹਦੇ ਬਾਰੇ ਤੇ ਸਿਮਰਨ ਬਾਰੇ। ਤੇ ਇਹ ਤੁਸੀਂ ਕਿਤੇ ਕਹੋ ਬਈ ਵਾਕਈ ਹੈ, ਤੇ ਮੈਂ ਉਸ ਕਰਕੇ ਇਹ ਪੰਕਤੀ ਬੋਲ ਰਿਹਾ ਭਾਈ ਗੁਰਦਾਸ ਜੀ ਦੀ, ਕਿ ਭਾਈ ਗੁਰਦਾਸ ਜੀ ਨੇ ਕੀ ਆਖਿਆ ਕਿ ਕੋਇਲ ਦਾ ਬੱਚਾ ਜਿਹੜਾ, ਆਂਡਾ ਜਿਹੜਾ, ਉਹ ਕੌਣੀ ਪਾਲਦੀ ਹੈ, ਪਰ ਜਦੋਂ ਉਹ ਪਰ ਮਾਰਨੇ ਸ਼ੁਰੂ ਹੋ ਜਾਂਦਾ ਮਾਂ ਕੂਕਦੀ ਹੈ ਤੇ ਕਿਸੇ ਕੌਣੀ ਕੋਲ ਨਹੀਂ ਜਾਂਦਾ, ਸਿੱਧਾ ਮਾਂ ਕੋਲ। ਆਖੋ ਸਤਿਨਾਮ। ਕੋਇਲ ਪਾਲੇ ਕਾਮਣੀ, ਕੋਇਲ ਪਾਲੇ ਕਾਮਣੀ, ਕੋਇਲ ਪਾਲੇ ਕਾਮਣੀ, ਕੋਇਲ ਪਾਲੇ ਕਾਮਣੀ। ਬੋਲੋ ਭੈਣੋ, ਕੋਇਲ ਮਿਲਦਾ ਜਾਏ ਕੁਟੰਬ ਸਜਾਨੇ, ਮਿਲਦਾ ਜਾਏ ਕੁਟੰਬ ਸਜਾਨੇ, ਮਿਲਦਾ ਜਾਏ ਕੁਟੰਬ ਸਿਆਣੇ, ਮਿਲਦਾ ਜਾਏ ਕੁਟੰਬ ਸਿਆਣੇ। ਕੋਇਲ ਪਾਲੇ ਕਾਮਣੀ, ਉਹਦਾ ਆਂਡਾ ਕੌਣੀ ਪਾਲਦੀ। ਭਾਈ ਗੁਰਦਾਸ ਜੀ ਦੀ ਵਾਰ ਦੀ ਪੰਕਤੀ, ਧਾਰਨਾ ਨਹੀਂ। ਤੇ ਕਹਿੰਦੇ ਜਰਾ ਜਾਓ ਬੱਚਾ ਆਂਡੇ ਤੋਂ ਬਾਹਰ ਆਉਂਦਾ ਹੈ ਤੇ ਮਾੜਾ ਜਿਹਾ ਵੱਡਾ ਹੁੰਦਾ, ਚੰਦ ਦਿਨਾਂ ਦਾ ਹੀ ਨਾ, ਪਰ ਉਹਦੇ ਸ਼ੁਰੂ ਹੋ ਜਾਂਦੇ ਮਿਲਦਾ ਜਾਏ ਕੁਟੰਬ। ਕੁਟੰਬ ਸਮਝ ਲਓ, ਆਪਣੀ ਮਾਂ, ਕੁਟੰਬ ਆਪਣੇ ਪਰਿਵਾਰ, ਸਜਾਨੇ, ਮਿਲਦਾ ਜਾਏ ਕੁਟੰਬ ਸਜਾਨੇ, ਸਜਾਨੇ। ਉਹਦਾ ਐਡਾ ਗਿਆਨ। ਆਖੋ ਸਤਿਨਾਮ। ਕਿੰਨੀਆਂ ਕੌਣੀਆਂ ਪਰ ਆਪਣੀ ਮਾਂ ਕੋਲ। ਇਹ ਸਾਡਾ ਗਿਆਨ ਕੋਇਲ ਦੇ ਬੱਚੇ ਵਰਗਾ ਹੋਵੇ। ਹਜ਼ਾਰਾਂ ਦੁਕਾਨਾਂ ਗਲਤ ਖੁੱਲ ਜਾਣ, ਦੂਜੀਆਂ ਖੁੱਲ ਜਾਣ, ਪਰ ਤੁਹਾਡੇ ਕਦਮ ਜਦੋਂ ਵੀ ਜਾਣ ਤੇ ਗੁਰੂ ਗ੍ਰੰਥ ਸਾਹਿਬ ਵੱਲ ਜਾਣ। ਵੈਸੇ ਤੁਹਾਡੇ ਲਈ ਕੋਈ ਵੱਡੀ ਗੱਲ ਨਹੀਂ, ਕਿਉਂਕਿ ਤੁਸੀਂ ਬਹੁਤ ਚਿਰ ਤੋਂ ਸੰਗਤ ਕਰ ਰਹੇ ਹੋ। ਜੇ ਅੱਜ ਹੱਥ ਖੜੇ ਕਰਕੇ ਵੀ ਪਿਆਰ ਦਾ ਸਬੂਤ ਦੇ ਦਿਓ ਨਾ ਕਿ ਹਜ਼ਾਰਾਂ ਦੁਕਾਨਾਂ ਇਹ ਦੂਜੀਆਂ ਖੁੱਲ ਜਾਣ, ਪਰ ਮੈਂ ਆਪਣੀ ਮਾਂ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵੱਲ ਹੀ ਜਾਵਾਂਗੀ। ਕਰ ਦਿਓ ਪਿਆਰ ਦੇ ਵਿੱਚ ਸਾਰੀ। ਵਾਹ ਵਾਹ ਵਾਹ। ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਚੈਰੀਟੇਬਲ ਅਤੇ ਭਾਈ ਸਾਹਿਬ ਭਾਈ ਗੁਰਇਕਬਾਲ ਸਿੰਘ ਜੀ ਵੱਲੋਂ ਮਨੁੱਖਤਾ ਦੀ ਭਲਾਈ ਹਿੱਤ ਕੀਤੇ ਜਾ ਰਹੇ ਕਈ ਕਾਰਜਾਂ ਦੀ ਸੇਵਾ ਗੁਰੂ ਸਾਹਿਬ ਜੀ ਲੈ ਰਹੇ ਹਨ। ਪੂਰੇ ਭਾਰਤ ਵਿੱਚ 18 ਵੱਖ-ਵੱਖ ਭਲਾਈ ਕੇਂਦਰਾਂ ਰਾਹੀਂ ਤਕਰੀਬਨ 5000 ਤੋਂ ਵੀ ਵੱਧ ਵਿਧਵਾ ਬੀਬੀਆਂ ਫ੍ਰੀ ਰਾਸ਼ਨ ਪ੍ਰਾਪਤ ਕਰ ਰਹੀਆਂ ਹਨ। ਵੱਖ-ਵੱਖ ਥਾਵਾਂ ਤੇ 3 ਚੈਰੀਟੇਬਲ ਹਸਪਤਾਲ। ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦੂਰੋਂ ਆਉਣ ਵਾਲੀ ਸੰਗਤ ਦੇ ਠਹਿਰਨ ਲਈ ਹਰ ਸਹੂਲਤ ਨਾਲ ਲੈਸ 2 ਸਾਰਾਵਾਂ। ਸ਼੍ਰੀ ਅੰਮ੍ਰਿਤਸਰ ਸਾਹਿਬ
ਵਿਖੇ CBSE ਆਧਾਰਿਤ 3 ਬੀਬੀ ਕੌਲਾਂ ਜੀ ਪਬਲਿਕ ਸਕੂਲ ਲੋੜਵੰਦ ਬੱਚਿਆਂ ਲਈ ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਹੀ ਫ੍ਰੀ ਕੰਪਿਊਟਰ ਅਤੇ ਡਰੈਸ ਡਿਜ਼ਾਈਨਿੰਗ ਸੈਂਟਰ ਅਤੇ ਨਾਲ ਹੀ ਨੌਜਵਾਨ ਬੱਚਿਆਂ ਨੂੰ ਗੁਰਬਾਣੀ ਅਤੇ ਇਤਿਹਾਸ ਨਾਲ ਜੋੜਨ ਲਈ ਚਲਾਈਆਂ ਗਈਆਂ ਕਈ ਲਹਿਰਾਂ ਦੀ ਸੇਵਾ ਵੀ ਸਤਿਗੁਰੂ ਜੀ ਨੇ ਟਰਸਟ ਕੋਲੋਂ ਲਈ ਹੈ ਅਤੇ ਹੁਣ ਵੀ ਲੈ ਰਹੇ ਹਨ। ਅਤੇ ਇਹਨਾਂ ਤੋਂ ਇਲਾਵਾ ਕਈ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੀ ਕਾਰ ਸੇਵਾ ਅਤੇ ਅੰਮ੍ਰਿਤਸਰ ਸਾਹਿਬ ਦੇ ਸ਼ਹਿਰ ਦੇ ਚੌਂਕਾਂ ਨੂੰ ਸੁੰਦਰ ਬਣਾਉਣ ਦੀ ਸੇਵਾ ਵੀ ਗੁਰੂ ਸਾਹਿਬ ਜੀ ਟਰਸਟ ਕੋਲੋਂ ਲੈ ਰਹੇ ਹਨ। ਇਹ ਸਾਰੀਆਂ ਸੇਵਾਵਾਂ ਆਪ ਜੀ ਦੇ ਨਿੱਘੇ ਸਹਿਯੋਗ ਅਤੇ ਅਸੀਸ ਸਦਕਾ ਚੱਲ ਰਹੀਆਂ ਹਨ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਹਰ ਪਲ, ਹਰ ਘੜੀ, ਹਰ ਪੱਖ ਤੋਂ ਆਪ ਜੀ ਦੇ ਸਹਿਯੋਗ ਅਤੇ ਅਸੀਸ ਦੀ ਲੋੜ ਹੈ ਜੀ। ਵਿਦਵਤਾ ਅਤੇ ਖੋਜ ਭਰਪੂਰ ਭਾਈ ਸਾਹਿਬ ਭਾਈ ਗੁਰਿਕਬਾਲ ਸਿੰਘ ਜੀ ਦੀਆਂ 6 ਹੱਥ ਲਿਖਤ ਕਿਤਾਬਾਂ, ਮੈਂ ਦੱਸਿਓ ਮਾਰਗ ਸੰਤੋਖ, ਸ਼ਰਧਾ ਦੀਆਂ 11 ਨਿਸ਼ਾਨੀਆਂ, 9 ਵਿਸ਼ੇਸ਼ਤਾਈਆਂ ਸ਼੍ਰੀ ਸੁਖਮਨੀ ਸਾਹਿਬ ਜੀ, ਜੀਵਨ ਸੇਧਾ ਭਾਗ ਪਹਿਲਾ, ਜੀਵਨ ਸੇਧਾ ਭਾਗ ਦੂਜਾ ਅਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਸਕੂਲ ਦੀਆਂ 15 ਕਲਾਸਾਂ। ਟਰਸਟ ਕੋਲੋਂ ਕਿਤਾਬਾਂ ਮੰਗਵਾਉਣ ਲਈ ਸੰਪਰਕ ਕਰੋ 98765 25850। ਕੌਲਾਂ ਜੀ ਭਲਾਈ ਕੇਂਦਰ ਟਰਸਟ ਅਤੇ ਭਾਈ ਗੁਰਿਕਪਾਲ ਸਿੰਘ ਜੀ ਦੀ ਅਨਮੁੱਲੀ ਦੇਣ ਧਾਰਮਿਕ ਰਸਾਲਾ ਸਿਫਤ ਸਲਾਹ। ਇਸ ਵਿੱਚ ਅਧਿਆਤਮਿਕ ਵਿਚਾਰ 5 ਖੰਡ ਕੀ ਹਨ? ਨਿਮਰਤਾ, ਨਿਰਵੈਰਤਾ, ਦਇਆ, ਧੀਰਜ, ਘੱਟ ਬੋਲਣਾ, ਘੱਟ ਖਾਣਾ, ਘੱਟ ਸੌਣਾ, ਜੀਵਨ 'ਚ ਕੈਸਾ ਹੋਵੇ। ਇਸ ਤੋਂ ਇਲਾਵਾ ਸਵਾਲਨਾਮਾ, ਜ਼ਿੰਦਗੀ ਦੀਆਂ ਬਾਰੀਕੀਆਂ, ਹੱਡ ਬੀਤੀਆਂ, ਬਾਲ ਸਿੱਖਿਆ, ਨਿੱਕੀਆਂ ਗੱਲਾਂ, ਵੱਡੇ ਅਸਰ, ਅਨਮੋਲ ਵਚਨ ਅਤੇ ਗੁਰੂ ਦੇ ਪਿਆਰਿਆਂ ਦਾ ਜੀਵਨ। ਇਹ ਸਭ ਖਜ਼ਾਨਾ ਆਪ ਜੀ ਦੇ ਘਰ ਹਰ 2 ਮਹੀਨੇ ਬਾਅਦ ਸਿਫਤ ਸਲਾਹ ਰਸਾਲੇ ਦੇ ਰੂਪ ਵਿੱਚ ਪਹੁੰਚ ਸਕਦਾ ਹੈ। ਰਸਾਲਾ ਬੁੱਕ ਕਰਵਾਉਣ ਲਈ ਸੰਪਰਕ ਕਰੋ 98765 25850।